ਵਾਹਿਗੁਰੂ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਹਰਿ ਦਰਸ਼ਨ ਸੁਖ ਹੋਏ। ਹਮਾਰੀ ਬੇਦਨ ਤੂੰ ਜਾਣਤਾ ਸਾਹ, ਅਵਰ ਕਿਆ ਜਾਣੈ ਕੋਇ। ਮੇਰੇ ਸਾਹਾ ਹਰਿ ਦਰਸ਼ਨ ਸੁਖ ਹੋਏ। ਹਮਾਰੀ ਬੇਦਨ ਤੂੰ ਜਾਣਤਾ ਸਾਹ, ਅਵਰ ਕਿਆ ਜਾਣੈ ਕੋਇ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ। ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਾਹੀ ਕੋਇ। ਸਭਨਾ ਵਿੱਚ ਤੂੰ ਵਰਤਦਾ ਸਾਹ, ਸਭ ਤੁਝ ਹੈ ਧਿਆਵਹਿ ਦਿਨ ਰਾਤ। ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹ। ਤੂੰ ਸਭਨਾ ਕਰਹਿ ਇਕ ਦਾਤ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ। ਤੁਝ ਤੇ ਬਾਹਰ ਕੋਈ ਨਾਹੀ, ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ। ਸਭ ਤੁਝ ਹੀ ਮਾਹੇ ਸਮਾਹੇ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਭ ਤੁਝ ਹੈ ਧਿਆਵਹਿ ਮੇਰੇ ਸਾਹ। ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ। ਸੱਚ ਨਾਨਕ ਕੇ ਪਾਤਸ਼ਾਹ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਭ ਤੁਝ ਹੈ ਧਿਆਵਹਿ ਮੇਰੇ ਸਾਹ। ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ। ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਏਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵਡਭਾਗੇ ਹੋ ਆਪ ਜੀ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ
ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ। ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਧਨਾਸਰੀ ਰਾਗ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 670 ਤੇ ਸੁਭਾਈਮਾਨ ਹੈ। ਆਓ ਸਤਿਗੁਰੂ ਪਾਵਨ ਸ਼ਬਦ ਦੇ ਰਾਹੀਂ ਜੋ ਉਪਦੇਸ਼ ਸਿੱਖਿਆ ਜੀਵਨ ਜੁਗਤ ਸਾਨੂੰ ਬਖਸ਼ਿਸ਼ ਕਰਦੇ ਹਨ, ਤਿਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਵੀ ਸਤਸੰਗੀ ਗੁਰੂ ਚਰਨਾਂ ਵਿੱਚ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਲਾਈਵ ਪ੍ਰੋਗਰਾਮ ਦੇ ਰਾਹੀਂ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਧਨਾਸਰੀ ਰਾਗ ਹੈ। ਮਹੱਲਾ ਚੌਥਾ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਇਸ ਸਾਰੇ ਸ਼ਬਦ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ਼ਾਹ ਸ਼ਬਦ ਜਿਹੜਾ ਹੈ ਇਹ ਹਰ ਪੰਕਤੀ ਦੇ ਵਿੱਚ ਵਰਤਿਆ, ਜਿਸ ਦੇ ਅਰਥ ਹਨ ਪਾਤਸ਼ਾਹ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਹੜਾ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ। ਉਸ ਵਾਸਤੇ ਇਹ ਅੱਖਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵਰਤਿਆ ਵਾਹਿਗੁਰੂ ਪਰਮਾਤਮਾ ਦੇ ਲਈ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਹੇ ਮੇਰੇ ਪਾਤਸ਼ਾਹ, ਹੇ ਹਰੀ ਪਰਮਾਤਮਾ, ਮੇਰੇ ਤੇ ਕਿਰਪਾ ਕਰ, ਤੇਰੇ ਦਰਸ਼ਨਾਂ ਦੇ ਰਾਹੀਂ, ਤੇਰੇ ਦਰਸ਼ਨਾਂ ਦੁਆਰਾ ਮੈਨੂੰ ਸੁਖ ਪ੍ਰਾਪਤ ਹੋਵੇ। ਹੁਣ ਸੁਖ ਦੇ ਖੱਖੇ ਨੂੰ ਔਂਕੜ ਲੱਗਾ ਹੋਇਆ ਹੈ, ਜਿਸ ਦਾ ਭਾਵ ਹੈ ਅੰਦਰ ਦਾ ਸੁਖ, ਜਿਹਨੂੰ ਆਪਾਂ ਆਤਮਕ ਆਨੰਦ ਕਹਿੰਦੇ ਹਾਂ। ਦੁਨੀਆ ਦੇ ਪਦਾਰਥਾਂ ਵਿੱਚ ਸੁਖ ਹੈਨ, ਪਰ ਇਹ ਸੁਖ ਸਦੀਵ ਰਹਿਣ ਵਾਲੇ ਨਹੀਂ, ਕਿਉਂਕਿ ਮਹਾਰਾਜ ਨੇ
ਪਾਵਨ ਬਾਣੀ ਦੇ ਅੰਦਰ ਨਿਰਣਾ ਦਿੱਤਾ, ਸੁਖ ਨਾਹੀ ਬਹੁਤੈ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਵਾਹਿਗੁਰੂ ਦੇ ਦਰਸ਼ਨ ਕਰਕੇ ਜਿਹੜਾ ਆਨੰਦ ਪ੍ਰਾਪਤ ਹੋਣਾ ਹੈ, ਉਹ ਹੈ ਅਬਨਾਸੀ ਆਨੰਦ। ਵਾਹਿਗੁਰੂ ਦੇ ਦਰਸ਼ਨ ਕਿਵੇਂ ਹੋਣਗੇ? ਕਿਉਂਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਯਾਪਾ ਪੜਦਿਆਂ ਰੂਪ ਨਾ ਰੇਖਰ ਰੰਗ, ਕਿਛ ਤ੍ਰਿਉ ਗੁਣ ਤੇ ਪ੍ਰਭ ਭਿੰਨ। ਰੱਬ ਦੇ ਦਰਸ਼ਨ। ਹੁਣ ਭਾਈ ਸਾਹਿਬ ਜੀ ਨੇ ਆਪਣੀ ਕਵਿਤਾ ਦੇ ਅੰਦਰ ਕਿਰਪਾ ਕੀਤੀ ਤੇ ਰੱਬ ਨੂੰ ਪੁੱਛਿਆ, ਭਾਵੇਂ ਉੱਥੇ ਨਾਰਦ ਮੁਨੀ ਦਾ ਨਾਮ ਭਾਈ ਸਾਹਿਬ ਨੇ ਲਿਖਿਆ। ਉਹ ਆਖਦਾ, ਰੱਬ ਜੀ ਤੇਰੇ ਘਰ ਵਿੱਚ ਆਣਾ ਹੋਵੇ, ਤੇਰੇ ਘਰ ਦਾ ਪਤਾ ਕੀ ਹੈ, ਜਿਹਨੂੰ ਆਪਾਂ ਐਡਰੈਸ ਕਹਿੰਦੇ ਆ। ਤੇਰੇ ਦਰਸ਼ਨ ਕਰਨੇ ਹੋਣ ਤੇ ਕਿੱਥੇ ਹੋਣਗੇ? ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਵੀ ਕਿਰਪਾ ਕੀਤੀ। ਭਾਈ ਸਾਹਿਬ ਕਹਿੰਦੇ ਨੇ, ਜਵਾਬ ਮਿਲਿਆ, ਨਿਜ ਘਰ ਮੇਰੋ ਨਾਰਦ ਮੁਨ, ਸਾਧ ਸੰਗਤ ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ। ਸਾਧ ਸੰਗਤ ਵਿੱਚ ਹੀ ਮੇਰਾ ਘਰ ਹੈ ਤੇ ਸਾਧ ਸੰਗਤ ਦੇ ਦਰਸ਼ਨ ਹੀ ਮੇਰੇ ਦਰਸ਼ਨ ਨੇ। ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਦੇ ਵਿੱਚ ਹੀ ਰੱਬ ਦਾ ਵਸ ਹੈ। ਕਿਉਂਕਿ ਇਹ ਗੱਲ ਆਪਾਂ ਇਉਂ ਸਮਝ ਲਈਏ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰਬ ਮਾਹੇ। ਆ ਕਈ ਵਾਰੀ ਅਸੀਂ ਇਹ ਬਚਨ ਕਹਿੰਦੇ ਹਾਂ, ਪਰ ਬੜੇ ਤਰਸ ਵਿੱਚ ਆ ਕੇ, ਵੈਸੇ ਹੈ ਸਚਾਈ, ਤੇ ਸਚਾਈ ਕਹਿਣ ਲੱਗਿਆ ਵੀ ਸਾਨੂੰ ਡਰ ਲੱਗਦਾ ਹੈ। ਅਸੀਂ ਇੱਕੋ ਗੱਲ ਕਹਿੰਦੇ ਹਾਂ ਨਾ, ਰੱਬ ਦੇ ਬੰਦਿਆਂ ਨੂੰ ਦੁਖਾ ਨਾ, ਕਿਉਂਕਿ ਰੱਬ ਇਹਨਾਂ ਬੰਦਿਆਂ ਦੇ ਵਿੱਚ ਹੈ। ਐਵੇਂ ਨਹੀਂ ਸੀ ਸਤਿਗੁਰਾਂ ਨੇ ਕਹਿ ਦਿੱਤਾ ਕਿ ਦਰਸ਼ਨ ਜਿਹੜਾ ਹੈ ਕਿਸ ਦਾ ਕਰਨਾ ਹੈ? ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ, ਤੇ ਖਾਲਸੇ ਵਿੱਚ ਹੀ ਸਤਿਗੁਰੂ ਹਨ। ਫਿਰ ਬੇਨਤੀ ਕਰਾਂ, ਇੱਕ ਬਚਨ ਆਪਾਂ ਪੜ੍ਹਦੇ ਹਾਂ, ਗਰੀਬਾਂ ਉੱਪਰ ਖਿੰਜੇ ਜੇ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਇੱਥੇ ਦਾੜੀ ਤੋਂ ਭਾਵ ਹੈ ਮੂੰਹ, ਕਿਉਂਕਿ ਮੂੰਹ ਤੇ ਦਾੜੀ ਹੈ। ਹੁਣ ਦਾੜੀ ਨੇ ਨਹੀਂ ਖਿੰਜਣਾ, ਦਾੜੀ ਨੇ ਗੁੱਸੇ ਵਿੱਚ ਨਹੀਂ ਆਣਾ, ਪਰ ਜਿਸ ਮੂੰਹ ਦੇ ਉੱਤੇ ਇਹ ਦਾੜੀ ਹੈ ਉਸ ਵੱਲ ਇਸ਼ਾਰਾ ਕੀਤਾ ਹੈ। ਗਰੀਬਾਂ ਉੱਪਰ ਖਿੰਜੇ ਜੇ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾਰੀ। ਪੂਰਾ ਨਿਆਂ ਕਰੇ ਕਰਤਾਰ, ਦਾਸ ਆਪਣੇ ਕੀ ਰੱਖਣਹਾਰ। ਮੈਂ ਬੇਨਤੀ ਕਰ ਰਿਹਾ ਸੀ, ਵਾਹਿਗੁਰੂ ਦੇ ਦਰਸ਼ਨ ਕੀ ਨੇ? ਸਾਧ ਸੰਗਤ, ਉਹਨਾਂ ਗੁਰਮੁਖਾਂ ਦੀ ਸੰਗਤ ਦੇ ਦਰਸ਼ਨ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਅਰਦਾਸ ਹੈ ਮੇਰੇ ਪਾਤਸ਼ਾਹ ਵਾਹਿਗੁਰੂ ਜੀ, ਕਿਰਪਾ ਕਰ ਮੈਨੂੰ ਆਪਣੇ ਦਰਸ਼ਨਾਂ ਦੀ ਦਾਤ ਦੇ,
ਜਿਸ ਨੂੰ ਪ੍ਰਾਪਤ ਕਰਕੇ ਮੈਨੂੰ ਸਦੀਵੀ ਸੁਖ, ਅੰਦਰ ਦਾ ਸੁਖ, ਆਤਮਿਕ ਆਨੰਦ ਜਿਹੜਾ ਹੈ ਉਹ ਪ੍ਰਾਪਤ ਹੋ ਜਾਵੇ। ਹਮਾਰੀ ਬੇਦਨ ਤੋ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਇ। ਬੇਦਨ ਭਾਵ ਹੈ ਪੀੜਾ। ਮੇਰੀ ਅੰਦਰ ਦੀ ਪੀੜਾ ਨੂੰ ਤੂੰ ਹੀ ਜਾਣਦਾ ਹੈ। ਇਹ ਸੱਚੇ ਪਾਤਸ਼ਾਹ, ਹੋਰ ਕੋਈ ਇਸ ਪੀੜਾ ਨੂੰ ਨਹੀਂ ਜਾਣਦਾ। ਇਸ ਪੀੜਾ ਦਾ ਹੋਰ ਕਿਸੇ ਨੂੰ ਨਹੀਂ ਪਤਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਇੱਕ ਬਚਨ ਹੈ। ਪਾਤਸ਼ਾਹ ਜੀ ਉਸ ਬਚਨ ਦੇ ਰਾਹੀਂ ਇਸ ਗੱਲ ਦੀ ਵਿਆਖਿਆ ਕਰਦੇ ਨੇ। ਹਮਰੀ ਬੇਦਨ ਤੂੰ ਜਾਣਤਾ ਸ਼ਾਹ, ਅਵਰ ਕਿਆ ਜਾਣੇ ਕੋਈ। ਆਪ ਕਰੈ ਕਿਸ ਆਖੀਐ, ਹੋਰ ਕਰੇ ਨਾ ਕੋਈ। ਆਖਣ ਤਾਕੋ ਜਾਈਐ, ਜੇ ਭੂਲੜਾ ਹੋਈ। ਆਖਣ ਤਾਕੋ ਜਾਈਐ, ਜੇ ਭੁੱਲੜਾ ਹੋਈ। ਜੇ ਹੋਏ ਭੁੱਲਾ ਤਾਂ ਜਾਏ ਕਹੀਐ, ਆਪ ਕਰਤਾ ਕਿਉਂ ਭੁੱਲੈ। ਅੱਗੇ ਬੇਨਤੀ ਮਹਾਰਾਜ ਕਰਦੇ ਨੇ, ਸੁਨੈ ਦੇਖੈ ਬਾਝ ਕਹੀਐ, ਅਨ ਮੰਗਿਆ ਦਾਨ ਦੇਵੈ। ਦਾਨ ਦੇ ਦਾਤਾ ਜਗ ਵਿਦਾਤਾ, ਨਾਨਕਾ ਸਚ ਸੋਈ। ਆਪ ਕਰੈ ਕਿਸ ਆਖੀਐ, ਹੋਰ ਕਰੇ ਨਾ ਕੋਈ। ਵਾਹਿਗੁਰੂ ਸਭ ਕੁਝ ਆਪ ਕਰਨ ਵਾਲਾ ਹੈ, ਹੋਰ ਕੋਈ ਕੁਝ ਕਰਨ ਜੋਗਾ ਨਹੀਂ। ਕਿਉਂਕਿ ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ। ਆਪਨ ਕੀਤਾ ਕਿਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰਖੀਐ। ਮੇਰੇ ਹਰ ਜੀਓ ਸਭ ਕੋ ਤੇਰਾ ਵਸ। ਰੱਬ ਆਪ ਸਭ ਕੁਝ ਕਰਨ ਵਾਲਾ ਹੈ, ਉਸ ਤੋਂ ਬਗੈਰ ਹੋਰ ਕਰਤਾ ਹੈ ਹੀ ਕੋਈ ਨਹੀਂ। ਕਰਤਾ ਉਹ ਆਪ ਹੈ। ਇੱਕ ਗੱਲ ਧਿਆਨ ਵਿੱਚ ਰੱਖਣੀ, ਆਪੋ ਦਾ ਮਹੀਨਾ ਸਾਰਾ ਸਤਿਗੁਰੂ ਮਹਾਰਾਜ ਦੇ ਪਰਿਵਾਰ ਨਾਲ, ਸਤਿਗੁਰੂ ਦੇ ਬਿੰਦੀ ਤੇ ਨਾਦੀ ਪੁੱਤਰਾਂ ਦੇ ਨਾਲ, ਉਹਨਾਂ ਦੀਆਂ ਸ਼ਹਾਦਤਾਂ ਦੇ ਨਾਲ ਇਹ ਭਰਿਆ ਹੋਇਆ ਹੈ। ਤੇ ਅਰਦਾਸ ਕਰਦੇ ਹਾਂ ਆਪਾਂ ਰੋਜ਼ ਗੁਰੂ ਕੇ ਚਰਨਾਂ ਦੇ ਵਿੱਚ, ਪੰਜਾਂ ਪਿਆਰਿਆਂ ਵਾਲਾ ਪਹਿਰਾ ਵੀ ਤੇ ਸਿੰਘਾਂ ਸਿੰਘਣੀਆਂ ਵਾਲਾ ਪਹਿਰਾ ਵੀ। ਬਚਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਈ, ਦੇਖ ਕੇ ਅਣਡਿੱਠ ਕੀਤਾ। ਨਾਮ ਜਪਣ ਵਾਲਿਆਂ ਦੀ ਗੱਲ ਵੀ, ਦੇਗਾਂ ਚਲਾਉਣ ਵਾਲਿਆਂ ਦੀ ਗੱਲ ਵੀ, ਤੇਗਾਂ ਚਲਾਉਣ ਵਾਲਿਆਂ ਦੀ ਗੱਲ ਵੀ, ਤੇ ਨਾਲ ਵੇਖ ਕੇ ਅਣਡਿੱਠ ਕੀਤਾ ਵਾਲਿਆਂ ਦੀ ਗੱਲ ਵੀ। ਇਹ ਕੰਮ ਬੜਾ ਔਖਾ ਹੈ। ਬਾਕੀ ਕੰਮ ਵੀ ਸੌਖੇ ਨਹੀਂ। ਨਾਮ ਜਪਣਾ ਸੌਖਾ ਨਹੀਂ, ਵੰਡ ਛਕਣਾ ਸੌਖਾ ਨਹੀਂ, ਜਾਂ ਤੇਗ ਚਲਾਣੀ ਸੌਖੀ ਨਹੀਂ। ਪਰ ਮੈਂ ਬੇਨਤੀ ਕਰਾਂ, ਵੇਖ ਕੇ ਅਣਡਿੱਠ ਕਰਨਾ ਜਿਹੜਾ ਹੈ ਨਾ, ਇਹ ਬੜਾ ਔਖਾ ਹੈ, ਬੜਾ ਔਖਾ ਹੈ। ਸਤਿਕਾਰਯੋਗ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਦੀ ਮੈਂ ਇੱਕ ਗੱਲ ਸੁਣ ਰਿਹਾ ਸੀ ਕੈਸ਼ ਦੇ ਰਾਹੀਂ। ਉਹ ਕਹਿੰਦੇ ਨੇ, ਮੇਰੇ ਕੋਲ ਇੱਕ ਪ੍ਰੇਮੀ ਆਇਆ ਤੇ ਕਹਿਣ ਲੱਗਾ, ਮਸਕੀਨ ਜੀ, ਆਹ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਲੱਗਾ ਨਾ, ਇਹ ਕੇਵਲ ਤੁਹਾਨੂੰ ਦੱਸਣ ਲੱਗਾ ਤੇ ਤੁਸੀਂ ਆਪਣੇ ਕੋਲ ਹੀ ਰੱਖਣੀ, ਕਿਸੇ ਹੋਰ ਨੂੰ ਨਹੀਂ ਦੱਸਣੀ।
ਇਹ ਆਪਣੇ ਕੋਲ ਹੀ ਰੱਖਣੀ, ਕਿਸੇ ਹੋਰ ਨੂੰ ਨਹੀਂ ਦੱਸਣੀ। ਤੇ ਮਸਕੀਨ ਜੀ ਕਹਿਣ ਲੱਗੇ ਵੀ ਗੱਲ ਇਹ ਆ ਵੀ ਜਿਹੜੇ ਤੇਰੇ ਅੰਦਰ ਨਹੀਂ ਟਿਕਦੀ ਪਈ ਮੇਰੇ ਅੰਦਰ ਟਿਕੇਗੀ। ਇਸ ਵਾਸਤੇ ਸਚਾਈ ਇਹ ਹੈ ਵੀ ਮੈਨੂੰ ਦੱਸ ਹੀ ਨਾ, ਕਿਉਂਕਿ ਤੇਰੇ ਨਾਲ ਵਾਪਰੀ ਏ, ਤੇਰੇ ਅੰਦਰ ਟਿਕਦੀ ਨਹੀਂ, ਮੇਰੇ ਅੰਦਰ ਕਿਵੇਂ ਟਿਕ ਜਾਵੇਗੀ। ਸੱਚੀ ਗੱਲ ਹੈ ਸਾਧ ਸੰਗਤ, ਅਸੀਂ ਆਮ ਤੌਰ ਤੇ ਗੱਲ ਕਹਿੰਦੇ ਆ ਤੈਨੂੰ ਦੱਸ ਰਿਹਾ, ਕਿਸੇ ਹੋਰ ਨੂੰ ਨਾ ਦੱਸੀ। ਪਰ ਧਿਆਨ ਦੇਵਿਓ, ਜਿਹੜੀ ਗੱਲ ਤੁਰ ਪਈ ਹੈ ਉਹ ਤੁਰ ਪਈ। ਪਰ ਮੈਂ ਬੜਾ ਹੈਰਾਨ ਹੁੰਨਾ, ਰੱਬ ਦਾ ਇਹ ਬਿਰਦ ਹੈ, ਗੁਰੂ ਦਾ ਇਹ ਬਿਰਦ ਹੈ, ਤੋ ਗੁਰੂ ਨੂੰ ਦੱਸ, ਗੁਰੂ ਕਿਸੇ ਨੂੰ ਨਹੀਂ ਦੱਸੇਗਾ। ਰੱਬ ਨੂੰ ਦੱਸ, ਰੱਬ ਕਿਸੇ ਨੂੰ ਨਹੀਂ ਦੱਸੇਗਾ, ਬਲਕਿ ਤੇਰੀ ਸੁਣੀ ਹੋਈ ਗੱਲ ਨੂੰ ਸੁਣ ਕੇ ਤੇਰਾ ਜਿਹੜਾ ਹੈ ਉਹ ਪਰਦਾ ਢੱਕੇਗਾ। ਫਿਰ ਧਿਆਨ ਦੇਵਿਓ, ਆਪਾਂ ਆਮ ਤੌਰ ਤੇ ਕਬੀਰ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ। ਕਬੀਰ ਸਾਹਿਬ ਜੀ ਆਖਦੇ ਨੇ, ਕਬੀਰ गर्भ न कीजिए रंक न हंसिए सोए, अजय सुनाओ समुंदर में क्या जानू क्या होए। पर ਦੂਜਿਆਂ ਦੀ ਨਾਵ ਡੁੱਬਦੀ ਵੇਖ ਕੇ ਭਾਵੇਂ ਉਹ ਸਮਾਜਿਕ ਤੌਰ ਤੇ ਡੁੱਬੇ, ਭਾਵੇਂ ਆਰਥਿਕ ਤੌਰ ਤੇ ਡੁੱਬੇ, ਭਾਵੇਂ ਧਾਰਮਿਕ ਤੌਰ ਤੇ ਡੁੱਬੇ, ਸਾਡੇ ਵਾਸਤੇ ਤਮਾਸ਼ਾ ਹੈ, ਸਾਡੇ ਵਾਸਤੇ ਤਮਾਸ਼ਾ ਹੈ। ਅਸੀਂ ਦੂਜਿਆਂ ਦੀ ਬੇੜੀ ਡੁੱਬਦੀ ਵੇਖ ਕੇ ਹੱਸਦੇ ਹਾਂ, ਪਰ ਜੇ ਇਹ ਗੱਲ ਚੇਤੇ ਰਵੇ ਅਜੇ ਤਾਂ ਸੰਸਾਰ ਵਿੱਚ ਹੀ ਆ, ਪਤਾ ਨਹੀਂ ਕਦੋਂ ਕੀ ਹੋ ਜਾਣਾ ਹੈ, ਕਿਸ ਵੇਲੇ ਵਾਪਰ ਜਾਣਾ ਹੈ। ਤੇ ਫਿਰ ਬੰਦਾ ਸਾਧ ਸੰਗਤ ਖੌਫ ਕਰੇ, ਆਪਣੇ ਡਰ ਦੇ ਅੰਦਰ ਭੈ ਮੰਨੇ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਰੱਬ ਜੀ ਮੇਰੀ ਬੇਦਨ ਕੇਵਲ ਤੂੰ ਜਾਣਦਾ ਹੈ, ਹੋਰ ਮੇਰੀ ਬੇਦਨ ਨੂੰ ਕੋਈ ਨਹੀਂ ਜਾਣਦਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ, ਆਪ ਕਰੇ ਕਿਸੀ ਆਖੀਐ ਹੋਰ ਕਰੇ ਨਾ ਕੋਈ, ਆਖਣ ਤਾਕੋ ਜਾਈਏ ਜੇ ਭੁੱਲੜਾ ਹੋਈ। ਰੱਬ ਨੂੰ ਤਾਂ ਆਖੀਏ ਜੇ ਰੱਬ ਨੂੰ ਸਾਡੇ ਬਾਰੇ ਪਤਾ ਨਾ ਹੋਵੇ। ਉਹ ਤਾਂ ਜਾਣਦਾ ਹੈ ਸਭ ਕੁਝ ਸਾਡੇ ਅੰਦਰ ਦੀ, ਨਾ ਅਸੀਂ ਸਾਧ ਸੰਗਤ ਸੁਣਾਨੇ ਆ, ਨਾ ਅਸੀਂ ਬੋਲਦੇ ਆ, ਨਾ ਅਸੀਂ ਮੰਗਦੇ ਆ, ਪਰ ਰੱਬ ਸਾਨੂੰ ਬਗੈਰ ਸੁਣਿਓ, ਬਗੈਰ ਦੇਖਿਓ, ਬਗੈਰ ਬੋਲਿਓ ਅਨਮੰਗਿਆ ਹੀ ਦਾਤਾਂ ਦਿੱਤੀ ਜਾ ਰਿਹਾ, ਕਿਰਪਾ ਕਰ ਰਿਹਾ। ਕਿਉਂਕਿ ਅੰਤਰਜਾਮੀ ਉਹ ਸਾਡੇ ਦੀ ਅੰਦਰ ਦੀ ਜਿਹੜੀ ਜਾਣਦਾ ਹੈ। ਤੇ ਮਹਾਰਾਜ ਨੇ ਇਸੇ ਵਾਸਤੇ, ਪਿਆਰਿਓ ਧਿਆਨ ਦੇਵਿਓ, ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, 5 ਪਿਆਰਿਆਂ ਦੀ, 4 ਸਾਹਿਬਜ਼ਾਦਿਆਂ ਦੀ, 40 ਮੁਕਤਿਆਂ ਦੀ ਗੱਲ ਆਪਾਂ ਪੜ੍ਹਦੇ ਹਾਂ। ਇਹ ਅਵਸਥਾ ਕਿਵੇਂ ਬਣੀ? ਤੇ ਆਖਿਆ ਪੰਥ ਨੇ ਅਰਦਾਸ ਬਣਾਉਣ ਲੱਗਿਆ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹਨਾਂ ਦੀ ਕਮਾਈ ਕੀ? ਉਹਨਾਂ ਨੇ ਜੀਵਨ ਦੇ ਅੰਦਰ ਕੇਵਲ ਇਹ ਆਧਾਰ ਬਣਾਇਆ, ਕਿਹੜਾ? ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ ਏਕੋ ਹੈ। ਉਹਨਾਂ ਨੇ ਆਧਾਰ ਬਣਾਇਆ ਤੇ ਅਰਦਾਸ ਕੀਤੀ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਕਿਉਂਕਿ ਸੁੱਖਾਂ ਦੁੱਖਾਂ ਦਾ ਦਾਤਾ ਕੇਵਲ ਵਾਹਿਗੁਰੂ ਪਰਮਾਤਮਾ ਹੈ। ਤੇ ਇਸੇ ਵਾਸਤੇ ਕਬੀਰ ਜੀ ਆਖਦੇ ਨੇ, ਸੰਪੈ ਦੇਖ ਨਾ ਹਰਖੀਐ, ਬਿਪਤ ਦੇਖ ਨਾ ਰੋਏ, ਜਿਉ ਸੰਪੈ ਤਿਉ ਬਿਪਤ ਹੈ, ਬਿਦ ਨੇ ਰਚਿਆ ਸੋ ਹੋਏ। ਕਿਉਂਕਿ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਮੇਰਾ ਦੁੱਖ ਵੀ ਤੇ ਸੁਖ ਵੀ ਤੇਰੇ ਕੋਲ ਹੈ, ਸੁਖ ਵੀ ਤੇਰੇ ਕੋਲੋਂ ਮੰਗਣੇ ਨੇ। ਜੇ ਦੁੱਖ ਆਇਆ ਹੈ ਤੇ ਦੁੱਖ ਹਰਨ ਵਾਸਤੇ ਵੀ ਅਰਦਾਸ ਤੇਰੇ ਕੋਲ ਕਰਨੀ ਹੈ, ਕਿਉਂਕਿ ਮੇਰੇ ਅੰਦਰ ਦੀ ਪੀੜਾ ਮੇਰੇ ਪਾਤਸ਼ਾਹ
ਕੇਵਲ ਤੂੰ ਹੀ ਜਾਣਦਾ ਹੈ, ਹੋਰ ਇਸ ਪੀੜਾ ਨੂੰ ਕੋਈ ਨਹੀਂ ਜਾਣਦਾ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ। हे ਮੇਰੇ ਪਾਤਸ਼ਾਹ, ਤੂੰ ਸੱਚਾ ਮਾਲਕ ਹੈ। ਦੁਨੀਆ ਦੇ ਅੰਦਰ ਮਾਲਕ ਬਹੁਤ ਨੇ, ਪਰ ਸੱਚੇ ਮਾਲਕ ਕੋਈ ਨਹੀਂ। ਹਕੀਕਤ ਇਹ ਹੈ, ਦੁਨੀਆ ਵਿੱਚ ਕਈ ਵਾਰੀ ਜਿਹੜਾ ਮਾਲਕ ਹੁੰਦਾ ਹੈ ਉਹ ਨੌਕਰ ਬਣ ਜਾਂਦਾ ਹੈ, ਨੌਕਰ ਜਿਹੜਾ ਹੈ ਉਹ ਮਾਲਕ ਬਣ ਜਾਂਦਾ ਹੈ। ਕਈ ਵਾਰੀ ਮਾਲਕ ਨੂੰ ਮਜਬੂਰ ਹੋ ਕੇ ਨੌਕਰ ਦੇ ਕੋਲ ਨੌਕਰੀ ਕਰਨੀ ਪੈਂਦੀ। ਇਸ ਸੰਸਾਰ ਦੇ ਵਿੱਚ ਤੁਸੀਂ ਵੇਖਿਆ ਹੋਣਾ ਹੈ। ਪਰ ਜੇ ਮਾਲਕ ਹੈ ਸੱਚਾ, ਤੇ ਕੇਵਲ ਵਾਹਿਗੁਰੂ ਪਰਮਾਤਮਾ ਹੈ। ਉਹ ਅੱਜ ਵੀ ਸੱਚਾ ਹੈ, ਆਦਿ ਵਿੱਚ ਵੀ ਸੱਚਾ ਸੀ, ਯੁਗਾਂ ਦੇ ਆਦਿ ਵਿੱਚ ਵੀ ਸੱਚਾ ਸੀ, ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚਾ ਰਹੇਗਾ। ਕਿਉਂਕਿ ਬਚਨ ਹੈ ਨਾ, ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਆਵਾਜ਼ ਮਾਰੀ ਸਤਿਗੁਰਾਂ ਨੇ, ਹਰ ਧਿਆਵੋ ਆਦ ਸੱਤੇ ਜੁਗਾਦ ਸੱਤੇ, ਪ੍ਰਤੱਖ ਸੱਤੇ, ਸਦਾ ਸਦਾ ਸਤੇ। ਜਨ ਨਾਨਕ ਦਾਸ ਦਸੋ ਨਾ, ਮੈਂ ਨਾਨਕ ਦਾਸ, ਦਾਸਾਂ ਦਾ ਦਾਸ ਹਾਂ। ਕਿਹਨਾਂ ਦਾ? ਜਿਹੜੇ ਉਹਨੂੰ ਧਿਆਉਂਦੇ ਨੇ, ਜਿਹੜਾ ਆਦਿ ਵਿੱਚ ਵੀ ਸੱਚਾ ਸੀ, ਯੁਗਾਂ ਦੇ ਮੁੱਢ ਵਿੱਚ ਵੀ ਸੱਚਾ ਸੀ, ਹੁਣ ਪ੍ਰਤੱਖ ਰੂਪ ਵਿੱਚ ਵੀ ਸੱਚਾ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚਾ ਹੀ ਰਹੇਗਾ। ਸੱਚਾ ਸਾਹਿਬ ਉਹ ਵਾਹਿਗੁਰੂ ਪਰਮਾਤਮਾ ਸੱਚਾ ਮਾਲਕ ਹੈ। ਸੱਚ ਤੂੰ ਮੇਰੇ ਸ਼ਾਹ, ਤੇਰਾ ਕੀਆ ਸੱਚ ਸਭ ਹੋਏ। ਜੇ ਆਪ ਸੱਚਾ ਹੈ ਤੇ ਉਸ ਦਾ ਕੀਤਾ ਹੋਇਆ ਹਰ ਕੰਮ ਵੀ ਸੱਚਾ ਹੈ। ਹਰ ਕੰਮ, ਹਰ ਚੀਜ਼ ਉਸ ਦੀ ਸੱਚੀ ਹੈ। ਸਾਧ ਸੰਗਤ, ਇੱਕ ਪਾਸੇ ਆਪਾਂ ਪੜ੍ਹਦੇ ਆ ਨਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇਸੇ ਹੀ ਸ਼ਲੋਕ ਦੇ ਅੰਤ ਵਿੱਚ ਮਹਾਰਾਜ ਕਹਿੰਦੇ ਨੇ, ਨਾਨਕ ਵਖਾਣੈ ਬੇਨਤੀ, ਤੁਧ ਬਾਝ ਕੂੜੋ ਕੂੜ। ਜਦੋਂ ਤੇਰੇ ਨਾਲੋਂ ਟੁੱਟ ਜਾਵਾਂਗੇ, ਵੱਖਰੇ ਹੋ ਜਾਵਾਂਗੇ, ਫਿਰ ਝੂਠ ਹੈ। ਤੇਰੇ ਨਾਲ ਜੁੜੇ ਹੋਏ ਆ ਤੇ ਫਿਰ ਹਰ ਤੇਰੀ ਚੀਜ਼ ਬਣਾਈ ਹੋਈ ਜਿਹੜੀ ਨਾ ਉਹ ਸੱਚੀ ਹੈ। ਮਹਾਰਾਜ ਕਿਰਪਾ ਕਰਦੇ ਨੇ, ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹ, ਤੇਰਾ ਕੀਆ ਸੱਚ ਸਭ ਹੋਏ। ਝੂਠਾ ਕਿਸ ਕੋ ਆਖੀਏ ਸ਼ਾਹ। ਮਹਾਰਾਜ ਆਖਦੇ ਨੇ, ਫਿਰ ਝੂਠਾ ਕਿਹਨੂੰ ਆਖੀਏ? ਕਿਉਂਕਿ ਸਾਰਿਆਂ ਦੇ ਵਿੱਚ ਤੂੰ ਹੈ, ਤੇਰੇ ਤੋਂ ਬਗੈਰ ਹੈ ਹੀ ਕੋਈ ਨਹੀਂ। ਝੂਠਾ ਕਿਹਨੂੰ ਕਹੀਏ? ਧਿਆਨ ਦੇਵੋ ਸਾਧ ਸੰਗਤ, ਆ ਬੈਠਿਆਂ ਇੱਥੇ ਵਿਚਾਰ ਆ ਰਿਹਾ ਸੀ ਇਸ ਪੰਕਤੀ ਬਾਰੇ। ਆਪਾਂ ਦੁਨਿਆਵੀ ਕੋਟਾਂ ਦੇ ਵਿੱਚ ਜਾਂਦੇ ਹਾਂ, ਉੱਥੇ ਧਾਰਮਿਕ ਜਿਹੜੀਆਂ ਨੇ ਪੁਸਤਕਾਂ, ਗ੍ਰੰਥ, ਉਹਨਾਂ ਉੱਤੇ ਹੱਥ ਕਿਉਂ ਰਖਵਾਇਆ ਜਾਂਦਾ ਹੈ? ਮੇਰੀ ਬੇਨਤੀ, ਭਾਵੇਂ ਗੀਤਾ ਹੋਵੇ, ਭਾਵੇਂ ਰਮਾਇਣ ਹੋਵੇ, ਜਾਂ ਬਾਈਬਲ ਹੋਵੇ, ਜਾਂ ਸਾਡਾ ਗੁਟਕਾ ਸਾਹਿਬ ਵੀ ਹੁੰਦਾ ਹੈ, ਕਿਉਂ ਰਖਾਇਆ ਜਾਂਦਾ ਹੈ? ਕਿ ਬੰਦਾ ਸੱਚ ਨਾਲ ਜੁੜਿਆ ਰਵੇ। ਆ ਵੇਖੋ ਨਾ, ਜਦੋਂ ਸ਼ਸਤਰ ਕੰਮ ਨਹੀਂ ਆਏ, ਘੇਰਾ ਪਾ ਕੇ ਸਭ ਕੁਝ ਤਰੀਕੇ ਵਰਤ ਲੈ, ਉਸ ਵੇਲੇ ਧਾਰਮਿਕ ਗ੍ਰੰਥਾਂ ਦੀ ਓਟ ਲਈ ਗਈ ਤੇ ਧਾਰਮਿਕ ਬੰਦਿਆਂ ਨੂੰ ਭੇਜਿਆ ਗਿਆ। ਧਾਰਮਿਕ ਬੰਦਿਆਂ ਨੂੰ ਭੇਜਿਆ ਗਿਆ, ਧਾਰਮਿਕ ਗ੍ਰੰਥਾਂ ਦੀ ਓਟ ਲਈ ਗਈ। ਪਰ ਜਿਹੜਾ ਸੱਚ ਨਾਲ ਜੁੜਿਆ ਹੋਇਆ ਸੀ, ਉਹਨੂੰ ਪਤਾ ਹੈ ਝੂਠੇ ਨੇ। ਜਿਹੜੇ ਗ੍ਰੰਥ ਭੇਜ ਰਹੇ ਨੇ, ਧਾਰਮਿਕ ਬੰਦਿਆਂ ਨੂੰ ਭੇਜ ਰਹੇ ਨੇ, ਪਤਾ ਸੀ ਕਿ
ਕਿ ਇਹ ਝੂਠੇ ਨੇ, ਪਰ ਫਿਰ ਵੀ ਗ੍ਰੰਥਾਂ ਉੱਤੇ ਇਤਬਾਰ ਕਰਦਿਆਂ ਇਹ ਝੂਠੇ ਨਹੀਂ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਧਿਆਨ ਦੇਵਿਓ ਸਾਧ ਸੰਗਤ, ਗੀਤਾ ਦੀ ਕਸਮ ਖਾਣ ਵਾਲੇ ਸੱਚੇ ਨੇ ਜਾਂ ਜਿਹੜਾ ਗੀਤਾ ਦੇ ਉੱਤੇ ਇਤਬਾਰ ਕਰਦਾ ਉਹ ਸੱਚਾ ਹੈ? ਕੁਰਾਨ ਦੇ ਉੱਤੇ ਸੈਨ ਕਰਨ ਵਾਲਾ ਔਰੰਗਜ਼ੇਬ ਸੱਚਾ ਹੈ ਜਾਂ ਜਿਹੜਾ ਕੁਰਾਨ ਨੂੰ ਕੋਲ ਆਇਆ ਵੇਖ ਕੇ ਉਸ ਉੱਤੇ ਇਤਬਾਰ ਕਰਦਾ ਉਹ ਸੱਚਾ ਹੈ? ਬੇਸ਼ੱਕ ਸੱਚ ਦੀ ਖਾਤਰ, ਸੱਚ ਦੇ ਨਾਲ ਜੁੜਨ ਕਰਕੇ ਬੜਾ ਨੁਕਸਾਨ ਹੋਇਆ ਦੁਨਿਆਵੀ ਤੌਰ ਤੇ, ਪਰ ਸੱਚ ਬੋਲਣ ਵਾਲੇ ਨੇ ਜਿਨੇ ਆਖਿਆ ਸੀ ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਧਿਆਨ ਦੇਵਿਓ, ਉਹਨੇ ਧਰਮ ਗ੍ਰੰਥਾਂ ਦਾ ਸਤਿਕਾਰ ਕੀਤਾ ਤੇ ਇਸੇ ਵਾਸਤੇ ਹੈ ਕਾਜੀ ਸੀ, ਸ਼ਨਾਖਤ ਕਰਨ ਵਾਸਤੇ ਆਇਆ। ਜਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਏ, ਕਿਤੇ ਭੇਸ ਬਣਾ ਕੇ ਨਿਕਲ ਨਾ ਜਾਣ, ਪਰ ਉਹਨੇ ਸਿਜਦਾ ਕਰਕੇ ਗੱਲ ਕਹੀ ਸੀ ਕਿ ਵਾਕਿਆ ਹੀ ਉਚਦੇ ਪੀਰ ਨੇ। ਕੌਣ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਕਿਸ ਵਾਸਤੇ? ਆਪ ਜੀ ਧਿਆਨ ਦੇਵਿਓ, ਧਰਮ ਗ੍ਰੰਥਾਂ ਦਾ ਓਟ ਆਸਰਾ, ਧਰਮ ਗ੍ਰੰਥਾਂ ਨੂੰ ਲਿਜਾਣ ਵਾਲੇ ਧਰਮੀ ਬੰਦੇ ਭੇਜੇ ਗਏ। ਅੱਜ ਵੀ ਕੋਰਟਾਂ ਦੇ ਅੰਦਰ ਤੁਸੀਂ ਵੇਖੋ, ਆ ਜਿੰਨੇ ਵਕੀਲ ਵਕਾਲਤ ਕਰਦੇ ਨੇ, ਐਡਵੋਕੇਟ, ਮੇਰਾ ਉਹਨਾਂ ਦੇ ਕਿੱਤੇ ਉੱਤੇ ਕੋਈ ਕਿੰਤੂ ਨਹੀਂ। ਕੋਈ ਕਵੇ ਵੀ ਸਾਡੇ ਕਿੱਤੇ ਉੱਤੇ ਕਿੰਤੂ ਕੀਤਾ ਗਿਆ, ਨਹੀਂ, ਕਿੰਤੂ ਨਹੀਂ। ਪਰ ਧਿਆਨ ਦੇਵਿਓ, ਆਪਾਂ ਸਾਰੇ ਜਾਣਦੇ ਆ, ਜਿੰਨੇ ਬੈਠੇ ਹੋਏ ਆ, ਸਾਨੂੰ ਵਾਹ ਪੈਂਦੀ ਏ। ਸਾਨੂੰ ਇਹ ਕਿਹਾ ਜਾਂਦਾ ਹੈ ਵੀ ਆ ਨਹੀਂ ਤੂੰ ਆ ਬੋਲਣਾ, ਆ ਨਹੀਂ ਤੂੰ ਆ ਬੋਲਣਾ, ਸਿਖਾਇਆ ਜਾਂਦਾ ਹੈ। ਹਜ਼ਾਰਾਂ ਰੁਪਏ ਆਪਾਂ ਖਰਚ ਕਰਦੇ ਉਹਨਾਂ ਦੀ ਫੀਸ ਦੇ ਕੇ, ਪਰ ਦੱਸਦੇ ਕੀ ਨੇ? ਵੀ ਤੂੰ ਆ ਬੋਲਣਾ, ਤੂੰ ਆ ਕਹਿਣਾ। ਮੈਂ ਬੇਨਤੀ ਕਰ ਰਿਹਾ ਸੀ, ਪਿਆਰਿਓ, ਸੱਚ ਨਾਲ ਜੁੜਿਆ ਹੋਇਆ ਬੰਦ ਕਟਾ ਲਏਗਾ, ਚਰਖੜੀਆਂ ਤੇ ਚੜ ਜਾਏਗਾ, ਪਰ ਉਹ ਸੱਚ ਸੱਚ ਹੀ ਰਹੇਗਾ। ਉਹਨਾਂ ਨੇ ਸੱਚੇ ਨਾਲ ਹੀ ਜੁੜਨਾ, ਤੇ ਜਿਹੜਾ ਸੱਚੇ ਨਾਲ ਜੁੜਿਆ ਹੋਇਆ ਹੈ ਉਹਨੂੰ ਸਾਰਿਆਂ ਵਿੱਚ ਹੀ ਸੱਚਾ ਨਜ਼ਰ ਆਉਂਦਾ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ, ਵਾਹਿਗੁਰੂ ਜੀ ਤੂੰ ਆਪ ਸੱਚਾ ਮਾਲਕ ਹੈ, ਸਦਾ ਰਹਿਣ ਵਾਲਾ ਹੈ, ਤੇ ਤੇਰੇ ਨਾਲ ਜੁੜਨ ਵਾਲਾ ਵੀ ਸੱਚਾ, ਤੇਰਾ ਹਰ ਕੰਮ ਸੱਚਾ, ਤੇਰੀ ਹਰ ਚੀਜ਼ ਬਣਾਈ ਹੋਈ ਸੱਚੀ ਏ। ਫਿਰ ਝੂਠਾ ਕਿਹਨੂੰ ਆਖੀਏ, ਕਿਉਂਕਿ ਤੇਰੇ ਤੋਂ ਬਗੈਰ ਦੂਜਾ ਹੈ ਹੀ ਕੋਈ ਨਹੀਂ। ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਾਹੀ ਕੋਇ, ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝ ਹੈ ਧਿਆਵਹਿ ਦਿਨ ਰਾਤ। ਵਾਹਿਗੁਰੂ ਜੀ ਸੱਚੇ ਪਾਤਸ਼ਾਹ, ਤੂੰ ਸਾਰਿਆਂ ਵਿੱਚ ਵਰਤਦਾ ਹੈ ਤੇ ਸਾਰੇ ਤੈਨੂੰ ਦਿਨ ਰਾਤ ਧਿਆ ਰਹੇ ਨੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਧਾਗਾ ਇੱਕ ਹੈ, ਬਨ ਕੇ ਸੈਂਕੜੇ ਹਜ਼ਾਰਾਂ ਨੇ ਉਹਨਾਂ ਦੇ ਵਿੱਚੋਂ ਲੰਘਿਆ ਹੋਇਆ ਹੈ। ਰੱਬ ਜੀ ਇਸੇ ਤਰ੍ਹਾਂ ਸਾਰੇ ਜੀਵਾਂ ਦੇ ਵਿੱਚ ਤੂੰ ਹੈ। ਸਭੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਾਰਿਆਂ ਵਿੱਚ ਘਟ ਘਟ ਮੈਂ ਹਰ ਜੋ ਬਸੈ, ਸੰਤਨ ਕਹਿਓ ਪੁਕਾਰ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਸੱਚ ਤੁਏ ਧਿਆਵੇਂ ਦਿਨ ਰਾਤ। ਸਾਰੇ ਤੈਨੂੰ ਧਿਆ ਰਹੇ ਨੇ। ਗਾਵੇਂ ਤੁਧਨੋ ਪਵਨ ਪਾਰੀ ਵੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਔਰ ਇਹ ਸਾਰੇ ਗਾ ਰਹੇ ਨੇ, ਜਿੰਨੇ ਤੱਤ ਨੇ। ਤੁਸੀਂ ਕਹੋਗੇ ਹਵਾ ਅੱਗ ਪਾਣੀ ਕਿਵੇਂ ਗਾ ਰਹੇ ਨੇ? ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਇਸ ਦੇ ਬੜੇ ਸੁੰਦਰ ਅਰਥ ਕੀਤੇ ਨੇ। ਉਹ ਕਹਿੰਦੇ ਨੇ, ਗਾਨ ਤੋਂ ਭਾਵ ਉਸ ਦੇ ਹੁਕਮ ਦੀ ਪਾਲਣਾ ਕਰਨੀ, ਉਸ ਦੀ ਆਗਿਆ ਵਿੱਚ ਤੁਰਨਾ। ਅਗਾਨ ਤੋਂ ਭਾਵ ਕੀ? ਸਿਮਰਨ ਦਾ ਭਾਵ ਕੀ? ਸਾਧ ਸੰਗਤ, ਇਸੇ ਵਾਸਤੇ ਮਹਾਰਾਜ ਨੇ ਇਹ ਗੱਲ ਕਹੀ, ਹਰ ਹਰ ਕਰੈ ਨਿਤ ਕਪਟ ਕਮਾਵੇਂ, ਹਿਰਦਾ ਸੁਧ ਨਾ ਹੋਈ, ਅਨ ਦਿਨ ਕਰਮ ਕਰੇ ਬੋ ਤੇਰੇ, ਸੁਪਨੇ ਸੁਖ ਨਾ ਹੋਈ। ਸਿਮਰਨਾ ਕੀ ਹੈ? ਯਾਦ ਕਰਨਾ ਕੀ ਹੈ? ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਦੀ ਵਿਆਖਿਆ ਬੜੀ ਸੁੰਦਰ ਕੀਤੀ। ਮਹਾਰਾਜ ਆਖਦੇ ਨੇ, ਜਿੱਥੇ ਬਹਿਣਾ ਹੁਕਮ ਵਿੱਚ,
ਜਿੱਥੇ ਰਹਿਣਾ ਹੈ ਹੁਕਮ ਵਿੱਚ, ਜੋ ਕੁਝ ਕਰਨਾ ਹੈ ਹੁਕਮ ਵਿੱਚ, ਤੇ ਫਿਰ ਕੀ ਹੋਵੇਗਾ? ਇੱਥੇ ਵੀ ਸੁੱਖ ਤੇ ਅੱਗੇ ਵੀ ਸੁੱਖ। ਮਹਾਰਾਜ ਆਖਦੇ ਨਾ, ਭੈ ਵਿੱਚ ਬੈਸੈਂ, ਭੈ ਵਿੱਚ ਰਹੈਂ, ਭੈ ਵਿੱਚ ਕਮਾਵੇਂ ਕਾਰ, ਇੱਥੇ ਸੁਖ ਵਡਿਆਈਆਂ, ਦਰਗਾਹ ਮੋਖ ਦੁਆਰ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਸਾਰੇ ਰੱਬ ਜੀ ਤੈਨੂੰ ਧਿਆਰੇ ਹਨ। ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹਾ, ਤੋ ਸਭਨਾ ਕਰ ਹੈ ਇੱਕ ਦਾਤ। ਹੇ ਮੇਰੇ ਪਾਤਸ਼ਾਹ, ਸਾਰੇ ਤੇਰੇ ਪੈਦਾ ਕੀਤੇ ਹੋਏ ਜੀਵ ਤੇਰੇ ਕੋਲੋਂ ਮੰਗ ਰਹੇ ਨੇ, ਤੇ ਤੂੰ ਸਾਰੇ ਜੀਵਾਂ ਨੂੰ ਦਾਤ ਦੇਣ ਵਾਲਾ ਕੇਵਲ ਇੱਕ ਹੈ। ਜਾਚਕ ਅਨੇਕ ਸੋ ਏਕ ਦਿਵਈਆ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ। ਸਾਰੇ ਜੀਵ ਤੇਰੇ ਪਾਸੋਂ ਮੰਗਦੇ ਨੇ, ਤੇ ਤੂੰ ਸਾਰੇ ਜੀਵਾਂ ਨੂੰ ਕੇਵਲ ਕੱਲਾ ਹੀ ਦਾਤਾਂ ਦੇਣ ਵਾਲਾ ਹੈ, ਕਿਉਂਕਿ ਦਿੰਦਾ ਦੇ, ਲੈਂਦੇ ਥਕ ਪਾਹੇ। ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਹੈ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ, ਤੁਝ ਤੇ ਬਾਹਰ ਕੋਈ ਨਾਹੇ। ਵਾਹਿਗੁਰੂ ਪਰਮਾਤਮਾ ਸੱਚੇ ਪਾਤਸ਼ਾਹ ਸਾਰੇ ਤੇਰੇ ਵਿੱਚ ਹਨ, ਤੇਰੇ ਤੋਂ ਬਾਹਰ ਕੋਈ ਨਹੀਂ। ਮਹਾਰਾਜ ਦਾ ਬਚਨ ਹੈ, ਸਭ ਤੁਝ ਹੀ ਪਾਸੋਂ ਮੰਗਦੇ ਮੇਰੇ ਸ਼ਾਹ, ਤੂੰ ਸਭਨਾ ਕਰੇ ਇੱਕ ਦਾਤ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ। ਵਿੱਚ ਹੀ ਸ਼ਾਹ ਤੋਂ ਭਾਵ ਐ ਸੱਚੇ ਪਾਤਸ਼ਾਹ ਸਾਰੇ ਜੀਵ ਤੇਰੇ ਹੁਕਮ ਵਿੱਚ ਨੇ, ਤੇਰੇ ਹੁਕਮ ਤੋਂ ਆਕੀ ਕੋਈ ਨਹੀਂ। ਇੱਥੇ ਵਿੱਚ ਤੋਂ ਭਾਵ ਸਾਰੇ ਜੀਵ ਤੇਰੇ ਹੁਕਮ ਵਿੱਚ ਹਨ, ਤੇਰੇ ਹੁਕਮ ਤੋਂ ਆਕੀ ਕੋਈ ਨਹੀਂ। ਸਾਰਿਆਂ ਉੱਤੇ ਤੇਰਾ ਹੁਕਮ ਜਿਹੜਾ ਹੈ ਨਾ ਉਹ ਚੱਲਦਾ ਹੈ, ਸਾਰੇ ਤੇਰੇ ਹੁਕਮ ਦੀ ਪਾਲਣਾ ਕਰਦੇ ਨੇ, ਕਿਉਂਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਅਗਲੀ ਗੱਲ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਇਹ ਮੈਂ ਉਦੋਂ ਤੱਕ ਹੈ ਜਦੋਂ ਤੱਕ ਵਾਹਿਗੁਰੂ ਦੇ ਹੁਕਮ ਦੀ ਸਮਝ ਨਹੀਂ ਆਉਂਦੀ। ਜਿਨ੍ਹਾਂ ਨੂੰ ਸਮਝ ਆ ਜਾਂਦੀ ਏ ਉਹ ਮੈਂ ਮੇਰੀ ਛੱਡ ਦਿੰਦੇ ਨੇ। ਵੇਖੋ, ਉਹ ਮੈਂ ਨਹੀਂ ਕਰਦੇ, ਉਹ ਮੈਂ ਤੋਂ ਵੱਧ ਜਾਂਦੇ ਨੇ। ਉਹ ਆਖਦੇ ਨੇ, कबीर तू करता तू हुआ, मुझ में रही ना हूं, जब आपा पर का मिट गया, जत देखूं तत तू, हुक्म विच ही सारे हन, बार हुक्म कोई नहीं। सब जी तेरे तू सब सदा मेरे साह, सब तुझ ही माहे समाहे। सारे जीव तेरे हन, तू सबना दे विच है, ਤੇ ਸਾਰੇ ਅਖੀਰ ਵਿੱਚ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਨੇ। ਇਹ ਕਵਿਤ ਕਲਗੀਧਰ ਮਹਾਰਾਜ ਨੇ ਬੜਾ ਪਿਆਰਾ ਲਿਖਿਆ ਹੈ। ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੈ, ਨਿਆਰੇ ਨਿਆਰੇ ਹੋਏ ਕਿ ਫਿਰ ਆਗ ਮੈਂ ਮਿਲਾएंगे। जैसे एक तूर ते अनेक तूर पूरत हैं, तूर के कनूका सब्बे तूर ही समाएंगे। जैसे एक नद ते कोट तरंग उबचत हैं, पान के तरंग सबे पान ही कहाएंगे। तैसे विश्व रूप ते अभूत भूत प्रगट होए, ताही ते उपज सब ताही मैं समाहेंगे। जिवें उदाहरण दित्ती अग दे विचों बहुत वारी भभूके उठदे ने, ਆਪਾਂ ਵੇਖਦੇ ਹਾਂ ਸ਼ੈਂਦ ਇਹ ਅੱਗ ਤੋਂ ਵੱਖਰੇ ਨੇ, ਨਹੀਂ, ਥੋੜੀ ਦੇਰ ਬਾਅਦ ਅੱਗ ਵਿੱਚ ਆ ਕੇ ਮਿਲ ਜਾਂਦੇ ਨੇ। ਪਾਣੀ ਵਿੱਚੋਂ ਤਰੰਗਾਂ ਉੱਠਦੀਆਂ ਨੇ, ਪਾਣੀ ਵਿੱਚ ਹੀ ਮਿਲ ਜਾਂਦੀਆਂ ਨੇ। ਧੂਰ ਵਿੱਚੋਂ ਧੂਰ ਦੇ ਕਨੂਕੇ ਉੱਡਦੇ ਨੇ, ਧੂਰ ਵਿੱਚ ਹੀ ਆ ਕੇ ਮਿਲ ਜਾਂਦੇ ਨੇ। ਇਸੇ ਤਰ੍ਹਾਂ ਸੂਖਮ ਵਾਹਿਗੁਰੂ ਪਰਮਾਤਮਾ ਤੋਂ ਅਸਥੂਲ ਜੀਵ ਪੈਦਾ ਹੁੰਦੇ ਹਨ, ਤੇ ਫਿਰ ਜਿਹੜੇ ਨੇ ਨਾ ਉਸ ਵਾਹਿਗੁਰੂ ਪਰਮਾਤਮਾ ਦੇ ਅੰਦਰ ਹੀ ਲੀਨ ਹੋ ਜਾਂਦੇ ਨੇ। ਮਹਾਰਾਜ ਕਿਰਪਾ ਕਰਦੇ ਨੇ, ਸਾਰੇ ਜੀਵਾਂ ਵਿੱਚ ਤੂੰ ਹੈ, ਸਾਰੇ ਜੀਵ ਅਖੀਰ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵੈ ਮੇਰੇ ਸਾਹ। ਵਾਹਿਗੁਰੂ ਜੀ, ਸਾਰੇ ਜੀਵਾਂ ਦੀਆਂ ਤੂੰ ਆਸਾਂ ਪੂਰੀਆਂ ਕਰਨ ਵਾਲਾ ਹੈ, ਤੇ ਸਾਰੇ ਜੀਵ ਤੈਨੂੰ ਹੀ ਧਿਆਰੇ ਹਨ। ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ,
ਸਚ ਨਾਨਕ ਕੇ ਪਾਤਸ਼ਾਹ। ਗੁਰੂ ਰਾਮਦਾਸ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਇੱਥੇ ਆਖਦੇ ਨੇ, ਇਹ ਮੇਰੇ ਵਾਹਿਗੁਰੂ ਪਰਮਾਤਮਾ ਜੀ, ਬਸ ਮੇਰੀ ਤੇਰੇ ਚਰਨਾਂ ਦੇ ਵਿੱਚ ਅਰਜ਼ੋਈ ਏ। ਸਾਰਿਆਂ ਦੀਆਂ ਪੀੜਾਂ ਵੀ ਤੂੰ ਜਾਣਦਾ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਵੀ ਤੂੰ ਆਪ ਹੈ, ਸਾਰਿਆਂ ਉੱਤੇ ਕਿਰਪਾ ਕਰਨ ਵਾਲਾ ਵੀ ਤੂੰ ਆਪ ਹੈ। ਮੇਰੇ ਉੱਤੇ ਵੀ ਕਿਰਪਾ ਕਰ, ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖ। ਕਿਉਂਕਿ ਭਾਈ ਮਰਦਾਨਾ ਜੀ ਨੇ ਅਰਦਾਸ ਕੀਤੀ ਸੀ ਨਾ, ਤੇ ਆਖਿਆ ਸੀ, ਜਦੋਂ ਆਖਿਆ ਸੀ ਤੇਰੀ ਕਬਰ ਬਣਾ ਦਈਏ, ਕੋਈ ਸੰਗਮਰਮਰ ਜਾਂ ਕੋਈ ਪੱਥਰ ਲਵਾ ਦਈਏ, ਤੇ ਉਸ ਵੇਲੇ ਆਖਿਆ ਸੀ ਮਹਾਰਾਜ ਚਮੜੇ ਦੀ ਕਬਰ ਵਿੱਚੋਂ ਕੱਢ ਕੇ ਮੈਨੂੰ ਪੱਥਰ ਦੀਆਂ ਕਬਰਾਂ ਵਿੱਚ ਪਾਓਗੇ? ਨਹੀਂ, ਮੇਰੀ ਇੱਕੋ ਹੀ ਬੇਨਤੀ ਹੈ ਕਿ ਮੈਨੂੰ ਜਿੱਥੇ ਵੀ ਰੱਖਣਾ ਹੈ, ਬੇਸ਼ੱਕ ਤੂੰ ਜਿਵੇਂ ਮਰਜ਼ੀ ਰੱਖ, ਇਹਨੂੰ ਦਾਗ ਦੇ, ਪਾਣੀ ਵਿੱਚ ਰੋੜ, ਅੱਗ ਧਰਤੀ ਵਿੱਚ ਦਬਾ ਦੇ, ਤੇਰੀ ਮਰਜ਼ੀ, ਪਰ ਰੱਖੀ ਮੈਨੂੰ ਆਪਣੇ ਚਰਨਾਂ ਦੇ ਵਿੱਚ। ਇੱਥੇ ਮਹਾਰਾਜ ਅਰਦਾਸ ਕਰਦੇ ਨੇ, ਵਾਹਿਗੁਰੂ ਸਭ ਕੁਝ ਤੇਰੇ ਹੱਥ ਵਿੱਚ ਹੈ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਮੇਰੇ ਉੱਤੇ ਕਿਰਪਾ ਕਰ ਤੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਹੀ ਰੱਖ। ਸ਼ਲੋਕ ਮਹੱਲਾ ਤੀਜਾ। ਤ੍ਰਿਗ ਏ ਆਸਾ ਦੂਜੇ ਭਾਵ ਕੀ, ਜੋ ਮੋਹ ਮਾਇਆ ਚਿਤ ਲਾਏ। ਲੜੀਵਾਰ ਕਥਾ ਜਿਹੜੀ ਇਸ ਸਥਾਨ ਤੇ ਰੋਜ਼ਾਨਾ ਚੱਲਦੀ ਹੈ। ਸ਼ਲੋਕ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਜੋ 850 ਅੰਗ ਤੇ ਸੁਭਾਈਮਾਨ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਤ੍ਰਿਗ ਏ ਆਸਾ ਦੂਜੇ ਭਾਵ ਕੀ, ਜੋ ਮੋਹ ਮਾਇਆ ਚਿਤ ਲਾਏ। ਜਿਹੜੇ ਮਨੁੱਖ ਮਾਇਆ ਦੀ ਮਮਤਾ ਵਿੱਚ ਆਪਣਾ ਚਿੱਤ ਜੋੜਦੇ ਨੇ, ਆਪਣਾ ਹਿਰਦਾ ਲਾਉਂਦੇ ਨੇ, ਉਹਨਾਂ ਦੀਆਂ ਇਹ ਆਸਾਂ ਅਖੀਰ ਵਿੱਚ ਲਾਂਤਾ ਉਹਨਾਂ ਨੂੰ ਪਵਾਉਂਦੀਆਂ ਨੇ, ਫਿਟਕਾਰ ਪਵਾਉਂਦੀਆਂ ਨੇ। ਉਸਤਾਦ ਜੀ ਜਦੋਂ ਪੜ੍ਹਾਉਂਦੇ ਸੀ ਨਾ, ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ, ਤ੍ਰਿਗ ਦੇ ਅਰਥ ਉਹ ਸਮਝਾਉਂਦੇ ਸੀ ਵੀ ਕਿਸੇ ਨੂੰ 100 ਵਾਰੀ ਫਿਟੇ ਮੂੰਹ ਕਹਿਣਾ ਹੋਵੇ ਨਾ, ਫਿਟੇ ਮੂੰਹ, ਇੱਕ ਵਾਰੀ ਤ੍ਰਿਗ ਕਹਿ ਦਿਓ ਤੇ 100 ਵਾਰੀ ਫਿਟਕਾਰ ਪੈ ਜਾਂਦੀ ਹੈ। ਮਹਾਰਾਜ ਆਖਦੇ ਨੇ, ਮਾਇਆ ਦੀ ਮਮਤਾ ਵਿੱਚ ਚਿੱਤ ਲਾਣਾ, ਦੂਜੇ ਭਾਵ ਵਿੱਚ ਜਾ ਕੇ, ਭਾਵ ਵਾਹਿਗੁਰੂ ਨੂੰ ਛੱਡ ਕੇ, ਜਿਹੜੇ ਆਪਣੇ ਮਨ ਦੇ ਵਿੱਚ ਆਸਾਂ ਕਰਦੇ ਹਨ, ਇਹ ਆਸਾਂ ਅਖੀਰ ਵਿੱਚ ਉਹਨਾਂ ਵਾਸਤੇ ਫਿਟਕਾਰਯੋਗ ਹੁੰਦੀਆਂ ਨੇ, ਉਹਨਾਂ ਨੂੰ ਲਾਹਨਤਾਂ ਪੈਂਦੀਆਂ ਨੇ। ਆ ਤੁਸੀਂ ਸੁਣਿਆ ਨਾ, ਗੀਤ ਵੀ ਗਾਇਆ ਜਾਂਦਾ ਹੈ, ਲੈ ਵੇ ਗੰਗੂ ਪਾਪੀਆ ਲਾਹਨਤਾਂ ਸੰਭਾਲ ਵੇ। ਫਿਰ ਧਿਆਨ ਦੇਵਿਓ, ਲਾਹਨਤਾਂ, ਫਿਟਕਾਰਾਂ ਕੀਤਾ ਤਾਂ ਉਹਨੇ ਸੀ ਮਾਇਆ ਨਾਲ ਚਿੱਤ ਜੋੜ ਕੇ ਇਹ ਕਰਮ ਕਿ ਮਾਇਆ ਮਿਲੇਗੀ, ਸੁੱਖ ਨਾਲ ਦਿਨ ਬਤੀਤ ਹੋਣਗੇ। ਪਰ ਹੋਇਆ ਕੀ, ਨਾ ਮਾਇਆ ਮਿਲੀ, ਪਰ ਫਿਟਕਾਰਾਂ ਜਿਹੜੀਆਂ ਨੇ ਅੱਜ ਵੀ ਪੈ ਰਹੀਆਂ ਨੇ। ਦੇਖੋ, ਫਿਟਕਾਰਾਂ ਅੱਜ ਵੀ ਗੰਗੂ ਨੂੰ ਪੈ ਰਹੀਆਂ ਨੇ। ਹਾਲੇ ਕਿ ਗੁਰੂ ਘਰ ਦਾ ਰਸੋਈਆ ਜੇ ਗੁਰੂ ਘਰ ਵਿੱਚ ਰਹਿ ਕੇ ਨਾਮ ਜਪਦਾ, ਸੇਵਾ ਕਰਦਾ, ਔਖੇ ਸਮੇਂ ਕੰਮ ਆਂਦਾ, ਤੇ ਅੱਜ ਉਸੇ ਗੰਗੂ ਦਾ ਨਾਮ ਜਿਹੜਾ ਸੀ ਕਿਸੇ ਚੰਗੇ ਕੰਮ ਵੱਲੋਂ ਲਿਆ ਜਾਣਾ ਸੀ। ਪਰ ਅੱਜ ਜਦੋਂ ਫਿਟਕਾਰ ਦੀ ਗੱਲ ਆਂਦੀ, ਲਾਹਨਤਾਂ ਦੀ ਗੱਲ ਆਂਦੀ ਹੈ, ਤੇ ਉਸ ਵੇਲੇ ਗੰਗੂ ਦਾ ਨਾਮ ਲਿਆ ਜਾਂਦਾ ਹੈ, ਸੁੱਚਾ ਆਨੰਦ ਦਾ ਨਾਮ ਲਿਆ ਜਾਂਦਾ ਹੈ। ਕਿਉਂਕਿ ਉਹ ਉਸ ਵੇਲੇ ਹਕੂਮਤ ਦੇ ਪਿੱਠੂ ਤਾਂ ਬਣੇ, ਪਰ ਉਹਨਾਂ ਨੇ ਜਿਹੜਾ ਕੰਮ ਕਰਨ ਵਾਲਾ ਸੀ ਉਹ ਆਪਣੇ ਜੀਵਨ ਦੇ ਅੰਦਰ ਨਾ ਕੀਤਾ। ਮਹਾਰਾਜ ਕਿਰਪਾ ਕਰਦੇ ਨੇ, ਤ੍ਰਿਗ ਇਹ ਆਸਾ ਦੂਜੇ ਭਾਵ ਕੀ। ਹੁਣ ਦੂਜਾ ਭਾਵ ਕੀ? ਦੂਜੇ ਭਾਵ ਵਿੱਚ ਜਾ ਕੇ ਕੋਈ ਜਪ ਵੀ ਕਰ ਲਵੇ, ਤਪ ਵੀ ਕਰ ਲਵੇ, ਪੂਜਾ ਵੀ ਕਰ ਲਵੇ, ਬ੍ਰਤ ਵੀ ਰੱਖ ਲਵੇ, ਤੇ ਮਹਾਰਾਜ ਆਖਦੇ ਨੇ ਫਿਰ ਵੀ ਕੋਈ ਫਾਇਦਾ ਨਹੀਂ। ਕਿਉਂਕਿ ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾ ਕੇ ਹਿਰਦੇ ਭਾਵ ਹੈ ਦੂਜਾ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਇੱਥੇ ਮਹਾਰਾਜ ਆਖਦੇ ਹਨ ਕਿ ਜਿਹੜੇ ਮਾਇਆ ਦੀ ਮਮਤਾ ਵਿੱਚ ਜੋੜਦੇ ਨੇ, ਤੇ ਜਿਹੜੇ ਰੱਬ ਨੂੰ ਛੱਡ ਕੇ ਹੋਰ ਪਾਸੇ ਲੱਗਦੇ ਨੇ, ਕੇਵਲ ਮਾਇਆ ਦੀ ਆਸਾ ਹੀ ਰੱਖਦੇ, ਇਹੋ ਹੀ ਉਹਨਾਂ ਵਾਸਤੇ ਫਿਟਕਾਰਯੋਗ ਹੈ, ਲਾਹਨਤਯੋਗ ਹੈ।
ਹਰ ਸੁਖ ਪੱਲਰ ਤਿਆਗਿਆ, ਨਾਮ ਵਿਸਾਰ ਦੁਖ ਪਾਏ। ਹਰ ਸੁਖ ਪੱਲਰ ਤਿਆਗਿਆ। ਹੁਣ ਕੀ ਹੋਵੇਗਾ? ਹਰ ਸੁਖ ਤਿਆਗਿਆ ਪੱਲਰ, ਇਸ ਦੇ ਅਰਥ ਇਉਂ ਕਰਾਂਗੇ, ਹਰ ਸੁਖ ਪੱਲਰ ਤਿਆਗਿਆ। ਫਿਰ ਅੱਗੇ ਮਹਾਰਾਜ ਆਖਦੇ ਨੇ, ਨਾਮ ਵਿਸਾਰ ਦੁਖ ਪਾਏ। ਹਰੀ ਦਾ ਨਾਮ ਜਿਹੜਾ ਸੁਖ ਦੇਣ ਵਾਲਾ ਸੀ, ਉਹਨੂੰ ਤਿਆਗ ਦਿੱਤਾ। ਕਿਸ ਪਿੱਛੇ ਲੱਗ ਕੇ? ਪੱਲਰ ਪਿੱਛੇ। ਪੱਲਰ ਕਹਿੰਦੇ ਨੇ ਪਰਾਲੀ ਨੂੰ। ਪਰਾਲੀ ਜਿਹੜੀ ਨਾ, ਆਪ ਜੀ ਜਾਣਦੇ ਹੋ, ਆ ਬੜਾ ਆਂਦਾ ਅਖਬਾਰਾਂ ਵਿੱਚ, ਪਰਾਲੀ ਨਾ ਸਾੜੋ। ਪਰਾਲੀ ਧਾਨ ਦੀ ਜਿਹੜੀ ਹੈ, ਜਿਸ ਵਿੱਚੋਂ ਸਭ ਕੁਝ ਕੱਢ ਲਿਆ ਜਾਂਦਾ ਹੈ, ਤੇ ਬਾਕੀ ਉਹ ਜਿਹੜਾ ਧਾਨ ਦਾ ਜਿਹੜਾ ਰਹਿ ਜਾਂਦਾ ਹੈ ਨਾ, ਉਹਨੂੰ ਕਹਿੰਦੇ ਨੇ ਪਰਾਲੀ। ਪਰਾਲੀ ਛੋੜ ਜਾਏ ਸੇ ਕਰੇ ਪਰਾਲ, ਕਾਮ ਨ ਆਵੇਂ ਸੇ ਜੰਜਾਲ। ਪਰਾਲੀ। ਇੱਥੇ ਮਹਾਰਾਜ ਆਖਦੇ ਨੇ, ਹਰੀ ਦਾ ਨਾਮ ਜਿਹੜਾ ਸੁਖ ਦੇਣ ਵਾਲਾ ਸੀ, ਉਹਨੂੰ ਵਿਸਾਰ ਦਿੱਤਾ। ਕਿਸ ਬਦਲੇ? ਪਰਾਲੀ ਦੇ। ਭਾਵ ਸੰਸਾਰੀ ਆ ਜਿਹੜੇ ਸੁੱਖ ਨੇ ਨਾ, ਇਹਨਾਂ ਦੀ ਖਾਤਰ। ਪਰ ਕੀ ਹੁੰਦਾ ਹੈ? ਇਹਨਾਂ ਨੂੰ ਆਖਰ ਇਹੋ ਜਿਹੇ ਬੰਦਿਆਂ ਨੂੰ ਜੀਵਨ ਦੇ ਅੰਦਰ ਦੁੱਖ ਪ੍ਰਾਪਤ ਹੁੰਦਾ ਹੈ। ਮਨ ਮੁਖ ਅਗਿਆਨੀ ਅੰਧੁਲੇ, ਜਨਮ ਮਰਹਿ ਫਿਰ ਆਵੇ ਜਾਏ। ਆਪਣੀ ਮਨ ਦੇ ਪਿੱਛੇ ਚੱਲਣ ਵਾਲੇ ਅਗਿਆਨੀ ਜਿਹੜੇ ਹਨ, ਜਿਹੜੇ ਅੰਨੇ ਹਨ। ਅੰਨੇ ਉਹਨਾਂ ਨੂੰ ਨਹੀਂ ਆਖਿਆ ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ, ਜਿਨ੍ਹਾਂ ਕੋਲ ਅੱਖਾਂ ਨੇ ਪਰ ਅੱਖਾਂ ਵਾਲਾ ਕੰਮ ਕਰਦੇ ਨਹੀਂ। ਮਹਾਰਾਜ ਆਖਦੇ ਨੇ, ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਅਗਿਆਨੀ ਲੋਕ ਜਿਹੜੇ ਅੰਧਲੇ ਹਨ, ਇਹਨਾਂ ਨੇ ਕੀ ਕੀਤਾ? ਮਨਮੁਖ ਅਗਿਆਨੀ ਅੰਧਲੇ, ਜਨਮ ਮਰੇ ਫਿਰ ਆਵੇ ਜਾਏ। ਇਹ ਜੰਮਦੇ ਹਨ, ਮਰਦੇ ਹਨ, ਆਵਾਗਾਉਣ ਦਾ ਚੱਕਰ ਇਹਨਾਂ ਦਾ ਮੁੱਕਦਾ ਨਹੀਂ। ਕਾਰਜ ਸਿੱਧ ਨਾ ਹੋਵਨੀ, ਅੰਤ ਗਿਆ ਪਛਤਾਏ। ਤੇ ਜਿਹੜੇ ਦੁਨਿਆਵੀ ਕਾਰਜ ਵੀ ਨੇ, ਇਹਨਾਂ ਦੇ ਸਫਲ ਨਹੀਂ ਹੁੰਦੇ। ਕਿਉਂਕਿ ਸਾਨੂੰ ਤਾਂ ਇਹ ਹੁਕਮ ਹੈ ਨਾ, ਕੀਤਾ ਲੋੜੀਏ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀਐ। ਕਿਉਂਕਿ ਆਪਾਂ ਆਮ ਤੌਰ ਤੇ ਪੜ੍ਹਦੇ ਹਾਂ, ਕਾਰਜ ਕਿਸੇ ਨੇ ਧੰਦਾ ਕਿਸੇ ਨੇ ਸਾਧਿਆ, ਸਭ ਧੰਦੇ ਸਾਧੇ। ਧੰਦੇ ਨੂੰ ਕਿਸੇ ਨੇ ਸਾਧਿਆ ਨਹੀਂ, ਧੰਦੇ ਨੇ ਹੀ ਸਾਰੇ ਲੋਕਾਂ ਨੂੰ ਖੱਜਲ ਖੁਆਰ ਕੀਤਾ ਹੈ। ਮਹਾਰਾਜ ਆਖਦੇ ਨੇ, ਦੁਨਿਆਵੀ ਕਾਰਜ ਵੀ ਉਹਨਾਂ ਦੇ ਸਫਲ ਨਹੀਂ ਹੁੰਦੇ। ਅਖੀਰ ਵੇਲੇ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਜਿਸ ਕਰਮ ਹੋਵੇ ਤੇ ਸਤਿਗੁਰ ਮਿਲੈ, ਸੋ ਹਰਿ ਹਰਿ ਨਾਮ ਧਿਆਏ। ਜਿਸ ਉੱਤੇ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ, ਉਹਨੂੰ ਸਤਿਗੁਰੂ ਮਿਲਦਾ। ਜਿਹਨੂੰ ਸਤਿਗੁਰੂ ਮਿਲ ਜਾਂਦਾ, ਉਹ ਹਰੀ ਦਾ ਨਾਮ ਆਪਣੇ ਜੀਵਨ ਦੇ ਅੰਦਰ ਧਿਆਉਂਦਾ ਹੈ। ਕਿਉਂਕਿ ਸਤਿਗੁਰ ਨਾਮ ਦਾ ਨਿਦਾਨ ਦੜਾਇਆ, ਚਿੰਤਾ ਸਗਲ ਬਿਨਾਸੀ। ਸਤਿਗੁਰੂ ਹੀ ਕੇਵਲ ਨਾਮ ਦਾ ਦਾਤਾ ਹੈ। ਮਹਾਰਾਜ ਆਖਦੇ ਨੇ, ਜਿਸ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਨਾਲ ਮਿਲਦਾ ਹੈ। ਜਿਹੜਾ ਗੁਰੂ ਨਾਲ ਮਿਲ ਜਾਂਦਾ ਹੈ, ਉਹ ਹਰੀ ਦਾ ਨਾਮ ਧਿਆਉਂਦਾ ਹੈ। ਨਾਮ ਰਤੇ ਜਨ ਸਦਾ ਸੁਖ ਪਾਏ ਨ, ਜਨ ਨਾਨਕ ਤਿਨ ਬਲ ਜਾਏ। ਤੇ ਜਿਹੜੇ ਨਾਮ ਵਿੱਚ ਰਤੇ ਜਾਂਦੇ ਨੇ, ਹਮੇਸ਼ਾ ਸੁਖ ਪਾਉਂਦੇ ਨੇ। ਤੇ ਮਹਾਰਾਜ ਆਖਦੇ ਨੇ, ਐਸੇ ਮਨੁੱਖ ਜਿਹੜੇ ਨਾਮ ਵਿੱਚ ਰਤੇ ਗਏ, ਜਿਨ੍ਹਾਂ ਨੇ ਅਬਨਾਸੀ ਸੁਖ ਪ੍ਰਾਪਤ ਕੀਤਾ, ਉਹਨਾਂ ਤੋਂ ਮੈਂ ਸਦਕੇ ਜਾਣਾ। ਸਾਧ ਸੰਗਤ, ਅੱਜ ਭਾਈ ਸੰਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਭਾਈ ਸੰਗਤ ਸਿੰਘ ਜੀ ਕੌਣ ਨੇ? ਕੱਲ ਆਪ ਜੀ ਨੇ ਇਤਿਹਾਸ ਸਰਵਨ ਕੀਤਾ ਹੈ। ਸਾਧ ਸੰਗਤ, ਸੂਰਮੇ 3 ਪ੍ਰਕਾਰ ਦੇ ਵਿਦਵਾਨਾਂ ਨੇ ਮੰਨੇ ਨੇ। ਰਥੀ, ਮਹਾਰਥੀ, ਅਤਰਥੀ। ਰਥੀ ਉਹ ਨੇ ਜਿਹੜੇ ਆਪਣੇ ਬਰਾਬਰ ਦੇ ਜਿਹੜੇ ਨਾ ਸੂਰਮੇ, ਉਹਨਾਂ ਦਾ ਮੁਕਾਬਲਾ ਕਰਦੇ ਨੇ। ਮਹਾਰਥੀ ਉਹ ਨੇ ਜਿਹੜੇ ਆਪਣੇ ਤੋਂ ਥੋੜੀ ਵੱਧ ਗਿਣਤੀ ਹੋਵੇ ਸਾਹਮਣੇ, ਉਸ ਦਾ ਮੁਕਾਬਲਾ ਕਰਦੇ ਨੇ। ਤੇ ਅਤਰਥੀ ਉਹ ਨੇ ਜਿਹੜੇ ਗਿਣਤੀ ਸ਼ਿੰਤੀ ਦੀ ਪਰਵਾਹ ਹੀ ਨਹੀਂ ਕਰਦੇ। ਅੱਗੇ ਭਾਵੇਂ ਜਿੰਨੇ ਮਰਜ਼ੀ ਹੋਣ, ਪਰ ਉਹਨਾਂ ਨੇ ਇਹ ਬਚਨ ਆਪਣੇ ਮਨ ਦੇ ਵਿੱਚ ਵਸਾ ਲਿਆ ਹੁੰਦਾ। ਕਿਹੜਾ? ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਲਰੇ ਦੀਨ ਕੇ ਹੇਤ
ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛਾਡੇ ਖੇਤ। ਕਲਗੀਧਰ ਮਹਾਰਾਜ ਨੇ ਇੱਕ ਗੱਲ ਕਹੀ ਸੀ ਸਾਰੇ ਸਿੰਘਾਂ ਨੂੰ ਕਿ ਜਿੰਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਣਾ। ਅਖੀਰਲੇ ਸਵਾਸ ਤੱਕ ਤੁਸੀਂ ਜਿਹੜਾ ਹੈ ਦੁਸ਼ਮਣ ਦੇ ਨਾਲ ਜੂਝਣਾ ਹੈ, ਤੇ ਤੁਹਾਡਾ ਜਿਹੜਾ ਡੁੱਲਿਆ ਹੋਇਆ ਖੂਨ ਹੈ ਨਾ, ਇਹ ਵਿਅਰਥ ਨਹੀਂ ਜਾਏਗਾ। ਇੱਕ ਮੈਂ ਬੇਨਤੀ ਕਰ ਦੇਵਾਂ, ਜਿਨ੍ਹਾਂ ਦੀ ਕਮਾਲ ਆਪਾਂ ਪੜ੍ਹਦੇ ਹਾਂ, ਭਾਵੇਂ ਸਰਸਾ ਨਦੀ ਦੇ ਕਿਨਾਰੇ ਦੀ ਗੱਲ ਹੋਵੇ, ਭਾਵੇਂ ਚਮਕੌਰ ਸਾਖੇ ਦੀ ਗੱਲ ਹੋਵੇ, ਤੇ ਭਾਵੇਂ ਸਰਹੰਦ ਸਾਕੇ ਦੀ ਗੱਲ ਹੋਵੇ, ਸਾਧ ਸੰਗਤ ਉਹ ਕੇਵਲ ਕਿਰਪਾਨ ਧਾਰੀ ਨਹੀਂ ਸੀ, ਕੇਵਲ ਸ਼ਸਤਰ ਧਾਰਨ ਕਰਨ ਵਾਲੇ ਨਹੀਂ ਸੀ। ਉਹਨਾਂ ਬਾਰੇ ਆਪਣੇ ਪਾਪਾ ਪੜ੍ਹਦੇ ਹਾਂ, ਧਨ ਜਿਉ ਤਹਿ ਕੋ ਜਗ ਮੈਂ ਮੁਖ ਤੇ ਹਾਰ, ਚਿਤ ਮੈਂ ਜੁਧ ਵਿਚਾਰੈ। ਬਸ ਆ ਗੱਲ, ਖਾਲਸਾ ਸੋ ਜੋ ਕਰੇ ਨਿਤ ਜੰਗ, ਬਾਹਰੀ ਦੁਸ਼ਮਣਾਂ ਦੇ ਨਾਲ ਵੀ ਤੇ ਅੰਦਰੂਨੀ ਦੁਸ਼ਮਣਾਂ ਦੇ ਨਾਲ ਵੀ, ਕਿਉਂਕਿ ਅੰਦਰ ਵਾਲੇ ਜਿਹੜੇ ਦੁਸ਼ਮਣ ਨੇ ਇਹਨਾਂ ਨਾਲ ਵੀ ਵਾਹ ਪੈਂਦੀ, ਬਾਹਰੀ ਦੁਸ਼ਮਣਾਂ ਦੇ ਨਾਲ ਵੀ ਵਾਹ ਪੈਂਦੀ। ਤੇ ਸਤਿਗੁਰੂ ਮਹਾਰਾਜ ਨੇ ਪੰਥ ਦਾ ਹੁਕਮ ਮੰਨਿਆ। ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਮਾਨ ਸਿੰਘ ਜੀ, ਇਹਨਾਂ ਨੂੰ ਲੈ ਕੇ ਸਤਿਗੁਰੂ ਗੜੀ ਵਿੱਚੋਂ ਬਾਹਰ ਚਲੇ ਗਏ। ਤੇ ਜਿਹੜੇ ਬਾਕੀ ਸਿੰਘ ਬਚੇ ਸੀ, ਭਾਈ ਸੰਗਤ ਸਿੰਘ, ਸੰਤ ਸਿੰਘ, ਉਹਨਾਂ ਦੇ ਸਾਥੀ, ਉਹਨਾਂ ਨੇ ਗੜੀ ਦਾ ਦਰਵਾਜ਼ਾ ਖੋਲ ਦਿੱਤਾ ਤੇ ਸਾਧ ਸੰਗਤ ਦੁਸ਼ਮਣ ਦਾ ਮੁਕਾਬਲਾ ਕੀਤਾ। ਤੇ ਜਿਹੜੇ ਬਚਨ 1.25 ਲੱਖ ਸੇ ਏਕ ਲੜਾਉ, ਤਬੇ ਗੋਬਿੰਦ ਸਿੰਘ ਨਾਮ ਕਹਾਉ ਵਾਲੀ ਗੱਲ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਕਮਾਈ। ਤੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਆਪਣੇ ਸਾਥੀਆਂ ਦੇ ਸਹਿਤ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਆਖਰੀ ਦਮ ਤੱਕ ਲੜਾਈ ਕਰਦੇ ਕਰਦੇ ਸ਼ਹੀਦ ਹੋ ਗਏ। ਤੇ ਸਾਧ ਸੰਗਤ ਉਹਨਾਂ ਦੇ ਹੀ ਸਰੀਰ ਦਾ ਭੁਲੇਖਾ ਪਿਆ ਸੀ ਦੁਸ਼ਮਣ ਨੂੰ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਾਰ ਲਿਆ। ਪਰ ਜਦੋਂ ਸੂਬਾ ਸਰਹੰਦ ਨੇ ਇਹ ਤੱਕਿਆ ਸੀ ਤੇ ਮੱਥੇ ਤੇ ਹੱਥ ਮਾਰ ਕੇ ਕਹਿੰਦਾ ਸੀ ਵੀ 8 ਮਹੀਨੇ ਦਾ ਘੇਰਾ ਵੀ ਪਾਇਆ, ਹਰ ਤਰ੍ਹਾਂ ਦੇ ਇਹਨਾਂ ਨੂੰ ਤਸੱਈਏ ਵੀ ਦਿੱਤੇ, ਤੇ ਆਪਣੀਆਂ ਜਿਹੜੀਆਂ ਨੇ ਕਸਮਾਂ ਵੀ ਉਹਨਾਂ ਨੂੰ ਵੀ ਸਿੱਕੇ ਤੇ ਟੰਗਿਆ, ਕੁਰਾਨ ਦੀ ਕਸਮ ਵੀ ਖਾ ਲਈ, ਪਹਾੜੀ ਰਾਜਿਆਂ ਨੇ ਜਿਹੜਾ ਹੈ ਉਹ ਗਊ ਤੇ ਗੀਤਾ ਦੀ ਕਸਮ ਵੀ ਖਾ ਲਈ। ਪਰ ਜਿਨ੍ਹਾਂ ਨੂੰ ਅਸੀਂ ਜਿੰਦਾ ਫੜਨਾ ਚਾਹੁੰਦੇ ਸਾਂ ਉਹ ਸਾਡੇ ਕੋਲੋਂ ਨਹੀਂ ਫੜੇ ਗਏ। ਇੰਨੇ ਵੱਡੇ ਘੇਰੇ ਵਿੱਚੋਂ 10 ਲੱਖ ਦਾ ਘੇਰਾ ਪਿਆ ਹੋਵੇ ਤੇ ਨਿਕਲ ਜਾਣਾ ਉਹਨਾਂ ਵਾਸਤੇ ਬੜੀ ਸ਼ਰਮਸ਼ਾਰ ਦੀ ਗੱਲ ਹੈ। ਇਸੇ ਵਾਸਤੇ ਵਿਦਵਾਨਾਂ ਨੇ ਲਿਖਿਆ ਹੈ ਕਿ ਰੋਹ ਵਿੱਚ ਆ ਕੇ ਉਹਨੇ ਜਦੋਂ ਸਤਿਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਬਾਰੇ ਪਤਾ ਲੱਗਾ ਸੀ, ਮਾਤਾ ਜੀ ਬਾਰੇ ਪਤਾ ਲੱਗਾ ਸੀ, ਤੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ, ਠੰਡੇ ਬੁਰਜ ਦੇ ਅੰਦਰ ਰੱਖਿਆ ਤੇ ਕਿਵੇਂ ਉਹਨਾਂ ਨੂੰ ਤਸੱਈਏ ਦਿੱਤੇ। ਕਹਿਣ ਲੱਗੇ ਜੇ ਪਿਤਾ ਕੋਲੋਂ ਨਹੀਂ ਅਸੀਂ ਉਹਨੂੰ ਫੜ ਸਕੇ, ਘੱਟੋ ਘੱਟ ਉਹਨਾਂ ਦੇ ਪਰਿਵਾਰ ਨੂੰ ਫੜਾਂਗੇ ਤੇ ਹੋ ਸਕਦਾ ਹੈ ਬੱਚਿਆਂ ਦਾ ਮੋਹ ਉਹਨਾਂ ਦੇ ਅੰਦਰ ਜਾਗੇ। ਪਰ ਉਹ ਭੋਲੇ ਨਹੀਂ ਸੀ ਜਾਣਦੇ ਕਿ ਜਿਹੜੇ ਆਪ ਪਿਤਾ ਚਮਕੌਰ ਦੀ ਗੜੀ ਅੰਦਰ ਵੱਡੇ ਪੁੱਤਰ ਨੂੰ ਮੈਦਾਨੇ ਜੰਗ ਦੇ ਅੰਦਰ ਭੇਜ ਕੇ ਜਕਾਰਾ ਛੱਡ ਸਕਦੇ ਨੇ, ਜਿਹੜੇ ਛੋਟੇ ਪੁੱਤਰ ਨੂੰ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੁੰਦਿਆਂ ਵੇਖ ਕੇ ਜਕਾਰਾ ਛੱਡ ਸਕਦੇ ਨੇ, ਉਹ ਆਪਣੇ ਪੁੱਤਰਾਂ ਦਾ ਮੋਹ ਪੈਦਾ ਕਰਕੇ ਕਿਵੇਂ ਆਣਗੇ ਸਰਹੰਦ ਦੇ ਅੰਦਰ। ਪਰ ਇਹਨਾਂ ਨੂੰ ਸ਼ਰਮ ਬੜੀ ਆਈ ਜਦੋਂ ਇਹਨਾਂ ਨੇ ਵੇਖਿਆ ਭਾਈ ਸੰਗਤ ਸਿੰਘ ਦੇ ਸਰੀਰ ਨੂੰ, ਤੇ ਵੇਖਿਆ ਇਹ ਉਹਨਾਂ ਦਾ ਹਮਨੁਮਾ ਜਿਹੜਾ ਹੈ ਜਾਂ ਉਹਨਾਂ ਦੇ ਸ਼ਕਲ ਦਾ ਸਿੰਘ ਹੈ ਜਿਹਨੂੰ ਉਹ ਕਲਗੀ ਤੇ ਬਸਤਰ ਦੇ ਕੇ ਚਲੇ ਗਏ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਕੋਲੋਂ ਨਿਕਲ ਗਏ ਨੇ। ਸਾਧ ਸੰਗਤ ਐਸੇ ਮਰਜੀਵੜਿਆਂ ਦਾ ਇਤਿਹਾਸ ਪੜ੍ਹਦਿਆਂ ਹੋਇਆ ਆਪਾਂ ਜੀਵਨ ਦੇ ਅੰਦਰ ਬਸ ਇੱਕੋ ਗੱਲ ਕਮਾ ਲਈਏ, ਕਿਹੜੀ ਬਾਣੀ ਤੇ ਬਾਣੀ ਦੇ ਧਾਰਨੀ ਹੋ ਜਾਵੇ। ਮੈਂ ਅੱਜ ਵੀ ਨੌਜਵਾਨ ਵੀਰਾਂ ਨੂੰ ਆਵਾਜ਼ ਮਾਰ ਕੇ ਕਵਾਂਗਾ, ਭਾਵੇਂ ਉਹ ਸੰਗਤ ਵਿੱਚ ਬੈਠੇ ਨੇ ਜਾਂ ਆਪਣੇ ਘਰਾਂ ਦੇ ਅੰਦਰ ਜਾਂ ਇਹ ਲਾਈਵ ਪ੍ਰੋਗਰਾਮ ਸੁਣ ਰਹੇ ਨੇ, ਕਿਸੇ ਕਾਰਨ ਕਰਕੇ ਥਿੜਕ ਗਏ ਨੇ, ਕੇਸਾਂ ਦੀ ਬੇਅਦਬੀ ਕੀਤੀ ਏ, ਕੇਸਾ ਧਾਰੀ ਬਣ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ, ਬਾਣੀ ਤੇ ਬਾਣੀ ਦੇ ਧਾਰਨੀ ਹੋ ਜਾਣ। ਤੇ ਫਿਰ ਕੀ ਹੋਵੇਗਾ? ਆਪਣੇ ਸਤਿਗੁਰੂ ਕੋ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੇ ਵਾਲੀ ਜਿਹੜੀ ਨਾ
ਅਵਸਥਾ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਵੇਗੀ। ਕਿਉਂਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸਤਿਗੁਰ ਨਦਰ ਕਰੇਗਾ ਸੋ ਸਿੱਖ ਸਖਾ ਬੰਧਪ ਹੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ। ਵਿਛੜ ਚੋਟਾਂ ਖਾਵੇ। ਬੜੀ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਬੱਚੇ ਸਾਧ ਸੰਗਤ ਹਰ ਪਾਸੇ ਅੱਗੇ ਹੋ ਕੇ ਕੰਮ ਕਰਦੇ ਨੇ, ਪਰ ਜਿਹੜੀ ਗੱਲ ਨਾ ਸਿੱਖੀ ਵਾਰੀ ਉਹਨੂੰ ਜ਼ਰੂਰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ। ਜਿੱਥੇ ਉਹ ਸੇਵਾ ਕਰਦੇ ਨੇ, ਜਿੱਥੇ ਹੋਰ ਮਿਹਨਤ ਦੇ ਕੰਮ ਕਰਦੇ ਨੇ, ਜਦੋਂ ਗੁਰੂ ਦੀ ਖੁਸ਼ੀ ਲੈਣੀ ਹੈ ਤੇ ਫਿਰ ਗੁਰੂ ਦੇ ਹੁਕਮ ਦੀ ਪਾਲਣਾ ਵੀ ਕਰੀਏ। ਤੇ ਗੁਰੂ ਕਾ ਹੁਕਮ ਹੈ ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ। ਸਮੁੱਚੇ ਸ਼ਬਦਾਂ ਦਾ ਵੀ ਇਹ ਭਾਵ ਹੈ ਤੇ ਸ਼ਹਾਦਤ ਜਿਸ ਭਾਈ ਸਾਹਿਬ ਦੀ ਆਪਾਂ ਯਾਦ ਕੀਤੀ ਹੈ ਉਹ ਵੀ ਸਾਨੂੰ ਇਹ ਪ੍ਰੇਰਣਾ ਕਰਦੀ ਹੈ ਕਿ ਜੀਵਨ ਦੇ ਅੰਦਰ ਵਾਹਿਗੁਰੂ ਦਾ ਨਾਮ ਜਪੀਏ, ਗੁਰੂ ਦੀ ਮੱਤ ਨੂੰ ਧਾਰਨ ਕਰੀਏ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਰੀ ਅਵਸਥਾ ਬਣ ਜਾਵੇਗੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ। ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੈ, ਸੋ ਹਰ ਹਰ ਨਾਮ ਧਿਆਏ। ਨਾਮ ਰਤੇ ਜਨ ਸਦਾ ਸੁਖ ਪਾਇਨ, ਜਨ ਨਾਨਕ ਤਿਨ ਬਲ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਾਸ ਸਾਸ